ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਮਸਕਟ ਵਿੱਚ ਫਸੇ 5 ਪੰਜਾਬੀ ਨੌਜਵਾਨ, ਸਰਕਾਰ ਤੋਂ ਕੀਤੀ ਮਦਦ ਦੀ ਅਪੀਲ। ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਵਿੱਚ ਤੂਫਾਨ ਨੇ ਮਚਾਈ ਤਬਾਹੀ। 1.5 ਲੱਖ ਲੋਕ ਬਗੈਰ ਬਿਜਲੀ ਦੇ ਰਹਿਣ ਦੇ ਲਈ ਮਜਬੂਰ। 26 ਮਾਰਚ ਨੂੰ ਗੁਰਦੁਆਰਾ ਸਾਹਿਬ ਬ੍ਰੌਡਸ਼ਾਰ ਰੋਡ ਸੈਕਰਾਮੈਂਟੋ ਵਿਖੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ। ਕੈਨੇਡਾ ਦੀ ਸੰਸਦ ਦੇ ਵਿੱਚ ਗੂੰਜਿਆ ਸਿੱਖ ਵਿਦਿਆਰਥੀ ਉੱਪਰ ਨਸਲੀ ਹਮਲੇ ਦਾ ਮਾਮਲਾ। ਮੋਦੀ ਯੋਗੀ ਵੱਲੋਂ ਦਿੱਤੇ ਤੋਹਫੇ ਹੜੱਪ ਕਰ ਗਏ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ, ਜਾਣਕਾਰੀ ਦੇਣ ਵਿੱਚ ਨੇ ਅਸਫਲ। ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ 74ਵੀਂ ਵਰ੍ਹੇਗੰਢ ਦੇ ਵਿੱਚ ਸਿੱਖ ਨੁਮਾਇੰਦਿਆਂ ਦੀ ਸ਼ਮੂਲੀਅਤ। ਸ੍ਰੀ ਅਨੰਦਪੁਰ ਸਾਹਿਬ ਦੀ ਮਨਸੁਖ ਕੌਰ ਢਿੱਲੋਂ ਨੇ ਅਮਰੀਕਾ ਦੇ ਵਿੱਚ ਗੱਡੇ ਝੰਡੇ, ਹਾਸਲ ਕੀਤਾ ਵੱਡਾ ਮੁਕਾਮ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਰੋਜ਼ੀ ਰੋਟੀ ਕਮਾਉਣ ਦੇ ਲਈ ਮਸਕਟ ਗਏ 5 ਪੰਜਾਬੀਆਂ ਨੇ ਵਿਦੇਸ਼ ਵਿੱਚ ਫਸੇ ਹੋਣ ਕਾਰਨ ਸਰਕਾਰ ਤੋਂ ਵਾਪਸ ਪਰਤਣ ਦੀ ਗੁਹਾਰ ਲਗਾਈ ਹੈ। ਇਸ ਸੰਬੰਧੀ ਮਸਕਟ ਵਿੱਚ ਫਸੇ ਪੰਜਾਬੀਆਂ ਦੀ ਵੀਡੀਓ ਸਾਹਮਣੇ ਆਉਣ ਤੇ ਜਦੋਂ ਮਸਕਟ ਫਸੇ ਸ਼ਰਨਦੀਪ ਸਿੰਘ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਪ੍ਰੇਮ ਸਿੰਘ ਅਤੇ ਅੰਗਰੇਜ਼ ਸਿੰਘ ਪਿੰਡ ਜੋਗੀ ਚੀਮਾ, ਜ਼ਿਲ੍ਹਾ ਗੁਰਦਾਸਪੁਰ ਨੇ ਮਸਕਟ ਭੇਜਣ ਦੇ ਲਈ ਸਾਡੇ ਤੋਂ 70,000 ਰੁਪਏ ਪ੍ਰਤੀ ਆਦਮੀ ਲਏ ਸੀਗੇ ਤੇ ਸਾਨੂੰ ਮਸਕਟ ਦੀ ਇੱਕ ਕੰਪਨੀ ਦੇ ਵਿੱਚ ਭੇਜ ਦਿੱਤਾ ਅਤੇ ਸੁਖਨਦੀਪ ਸਿੰਘ, ਨਰੇਸ਼ ਸਿੰਘ, ਸ਼ਰਨਦੀਪ ਸਿੰਘ, ਸਾਹਿਬ ਸਿੰਘ ਨੇ 2 ਮਹੀਨੇ ਦੇ ਕਰੀਬ ਕੰਮ ਕੀਤਾ ਤੇ ਉਹਨਾਂ ਨੂੰ ਤਨਖਾਹ ਨਹੀਂ ਮਿਲੀ, ਜਦੋਂ ਕਿ ਮਨਦੀਪ ਸਿੰਘ ਨੂੰ 7 ਤਨਖਾਹਾਂ ਨਹੀਂ ਦਿੱਤੀਆਂ। ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਤਨਖਾਹ ਦੀ ਮੰਗ ਕੀਤੀ ਤਾਂ ਸਾਨੂੰ ਕਿਹਾ ਗਿਆ ਕਿ ਤਨਖਾਹ ਨਹੀਂ ਮਿਲਣੀ, ਚੁੱਪ ਕਰਕੇ ਕੰਮ ਕਰੀ ਜਾਓ। ਜਦੋਂ ਅਸੀਂ ਕਿਹਾ ਕਿ ਪੈਸਿਆਂ ਤੋਂ ਬਿਨਾਂ ਅਸੀਂ ਕੰਮ ਕਿਵੇਂ ਕਰੀਏ ਤਾਂ ਸਾਨੂੰ ਕੰਪਨੀ ਚੋਂ ਬਾਹਰ ਕੱਢ ਦਿੱਤਾ ਗਿਆ ਤੇ ਹੁਣ ਅਸੀਂ ਬਿਨਾਂ ਪੈਸੇ ਤੋਂ ਸੜਕਾਂ ਤੇ ਧੱਕੇ ਖਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਨੂੰ ਵਾਪਸ ਭਾਰਤ ਮੰਗਵਾਇਆ ਜਾਵੇ। ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਵਿੱਚ ਚੱਕਰਵਾਤ ਨੇ ਤਬਾਹੀ ਮਚਾਈ ਹੈ। ਦੱਸਿਆ ਜਾ ਰਿਹਾ ਕਿ ਝੱਖੜ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਇਸ ਸਮੇਂ ਦੌਰਾਨ ਘੱਟੋ-ਘੱਟ 1,50,000 ਲੋਕ ਬਿਜਲੀ ਤੋਂ ਬਿਨਾਂ ਰਹਿਣ ਦੇ ਲਈ ਮਜਬੂਰ ਹੋਏ। ਮੀਡੀਆ ਰਿਪੋਰਟਸ ਦੇ ਮੁਤਾਬਕ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਤੇ ਫਲਾਈਟਸ ਨੂੰ ਰੱਦ ਕਰਨਾ ਪਿਆ। ਕਈ ਜਹਾਜ਼ ਰਨਵੇ ਤੇ ਹੀ ਖੜੇ ਸਨ। ਸੈਨ ਫਰਾਂਸਿਸਕੋ ਦੇ ਦੱਖਣ ਵਿੱਚ ਸੈਨ ਮੈਥਿਊ ਕਾਉਂਟੀ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਦੀ ਵੀ ਸੂਚਨਾ ਮਿਲੀ ਹੈ। ਲਾਸ ਏਂਜਲਸ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨੀ ਡੈਨੀਅਲ ਨੇ ਕਿਹਾ ਕਿ ਇੱਕ ਵਿਨਾਸ਼ਕਾਰੀ, ਸ਼ਕਤੀਸ਼ਾਲੀ ਅਤੇ ਅਚਾਨਕ ਤੂਫਾਨ ਸੀ। ਅਸੀਂ ਸ਼ਾਇਦ ਅਜਿਹੇ ਪ੍ਰਭਾਵਾਂ ਨੂੰ ਦੇਖ ਰਹੇ ਹਾਂ ਜੋ ਇੱਕ ਮਜ਼ਬੂਤ ਗਰਮ ਤੂਫਾਨ ਜਾਂ ਇੱਕ ਕਮਜ਼ੋਰ ਚੱਕਰਵਾਤ ਦੇ ਬਰਾਬਰ ਹੈ। ਜਾਣਕਾਰੀ ਦੇ ਮੁਤਾਬਕ ਤੇਜ਼ੀ ਨਾਲ ਮਜ਼ਬੂਤ ਹੋ ਰਹੇ ਘੱਟ ਦਬਾਅ ਵਾਲੇ ਸਿਸਟਮ ਨੇ 80 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾ ਦੇ ਝੱਖੜਾਂ ਨੂੰ ਲਿਆਂਦਾ। ਇਸ ਕਾਰਨ ਕਾਫੀ ਨੁਕਸਾਨ ਹੋਇਆ। ਰਾਜ ਭਰ ਦੇ ਵਿੱਚ ਲਗਭਗ 2,60,000 ਘਰ ਅਤੇ ਕਾਰੋਬਾਰਾਂ ਦੀ ਬਿਜਲੀ ਠੱਪ ਹੋ ਗਈ। ਦੱਸ ਦਈਏ ਕਿ ਕੈਲੀਫੋਰਨੀਆ ਪਿਛਲੇ ਸਾਲ ਦਸੰਬਰ ਦੇ ਅਖੀਰ ਤੋਂ ਕਈ ਤੂਫਾਨਾਂ ਦੀ ਮਾਰ ਹੇਠ ਹੈ। ਰਾਜ ਵਿੱਚ ਹੜ੍ਹ, ਮੀਂਹ ਅਤੇ ਰਿਕਾਰਡ ਬਰਫ਼ਬਾਰੀ ਵੀ ਹੋਈ ਹੈ। ਕੈਲੀਫੋਰਨੀਆ 'ਚ ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਤੂਫਾਨ ਬੁੱਧਵਾਰ ਦੇਰ ਰਾਤ ਤੱਕ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਨੇਵਾਡਾ ਅਤੇ ਐਰੀਜ਼ੋਨਾ ਵੱਲ ਵੱਧ ਰਿਹਾ ਹੈ। ਗੁਰਦੁਆਰਾ ਸਾਹਿਬ ਬ੍ਰਾਡਸ਼ਾਹ ਰੋਡ ਵੱਲੋਂ ਪਹਿਲਾ ਹੋਲਾ ਮਹੱਲਾ ਨਗਰ ਕੀਰਤਨ 26 ਮਾਰਚ ਨੂੰ ਸਜਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਗੁਰਦੁਆਰਾ ਸਾਹਿਬ ਦੇ ਨਵੇਂ ਬਣੇ ਹਾਲ ਵਿੱਚ 13 ਮਾਰਚ ਤੋਂ ਸਮਾਗਮ ਸ਼ੁਰੂ ਹੋ ਚੁੱਕੇ ਨੇ ਅਤੇ ਰੋਜ਼ਾਨਾ ਸ਼ਾਮ ਨੂੰ ਕੀਰਤਨੀ ਜਥੇ ਅਤੇ ਕਥਾਵਾਚਕ ਗੁਰਬਾਣੀ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕਰਦੇ ਨੇ। ਇਹਨਾਂ ਵਿੱਚ ਭਾਈ ਪਿੰਦਰਪਾਲ ਸਿੰਘ, ਭਾਈ ਹਰਜੀਤਪਾਲ ਸਿੰਘ ਹਜੂਰੀ ਰਾਗੀ ਗੁਰਦੁਆਰਾ ਸਾਹਿਬ, ਭਾਈ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਅਕਾਲ ਤਖਤ ਸਾਹਿਬ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਤਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਡਾਕਟਰ ਗਗਨਦੀਪ ਸਿੰਘ ਆਈਆਂ ਸੰਗਤਾਂ ਨੂੰ
ਕਥਾ ਕੀਰਤਨ ਰਾਹੀਂ ਨਿਹਾਲ ਕਰ ਰਹੇ ਨੇ। ਦੂਰੋਂ ਨੇੜਿਓਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਗੁਰਦੁਆਰਾ ਸਾਹਿਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਪਹੁੰਚ ਰਹੀ ਹੈ ਅਤੇ ਗੁਰਬਾਣੀ ਦਾ ਆਨੰਦ ਮਾਣ ਰਹੀ ਹੈ। ਗੁਰਦੁਆਰਾ ਸਾਹਿਬ ਵਿਖੇ 24 ਮਾਰਚ ਦਿਨ ਸ਼ੁੱਕਰਵਾਰ ਨੂੰ ਆਤਿਸ਼ਬਾਜ਼ੀ ਹੋਏਗੀ। 25 ਮਾਰਚ ਦਿਨ ਸ਼ਨੀਵਾਰ ਨੂੰ ਨਿਸ਼ਾਨ ਸਾਹਿਬ ਸੇਵਾ ਹੋਏਗੀ। 26 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਨਗਰ ਕੀਰਤਨ ਆਰੰਭ ਹੋਏਗਾ। ਨਗਰ ਕੀਰਤਨ ਦਾ ਪੈਂਡਾ 6 ਮੀਲ ਲੰਬਾ ਹੋਏਗਾ। ਬ੍ਰੌਡਸ਼ਾਹ ਰੋਡ ਤੋਂ ਵਿੰਟੇਜ ਪਾਰਕ ਅਤੇ ਐਲਕ ਗਰੋਵ ਫਲੋਰਨ ਰੋਡ ਤੋਂ ਹੁੰਦਾ ਹੋਇਆ ਗਰਬਰ ਰੋਡ ਤੋਂ ਵਾਪਸ ਗੁਰਦੁਆਰਾ ਸਾਹਿਬ ਪਹੁੰਚੇਗਾ। ਕੈਨੇਡਾ ਵਿੱਚ ਸਿੱਖ ਵਿਦਿਆਰਥੀ ਉੱਪਰ ਨਸਲੀ ਹਮਲੇ ਦਾ ਮਾਮਲਾ ਸੰਸਦ ਵਿੱਚ ਗੂੰਜਿਆ ਜਦੋਂ ਔਖੇਨੇਗਨ ਤੋਂ MP ਡੈਨ ਨੇ ਹਮਲਾ ਕਰਨ ਵਾਲੀ ਭੀੜ ਨੂੰ ਕਾਇਰਾਂ ਦੀ ਟੋਲੀ ਕਰਾਰ ਦਿੱਤਾ। ਡੈਨ ਨੇ ਹਮਲਾਵਰਾਂ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਕਿਹਾ ਕਿ ਨਸਲੀ ਨਫ਼ਰਤ ਤੋਂ ਪ੍ਰੇਰਿਤ ਹਿੰਸਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਡੈਮੋਕ੍ਰੈਟਿਕ ਕਾਂਗਰਸ ਕਮੇਟੀ ਨੇ ਇੱਕ ਰਿਪੋਰਟ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਦੋਸ਼ ਲਗਾਇਆ ਕਿ ਉਹ ਆਪਣੇ ਪਰਿਵਾਰ ਨੂੰ ਵਿਦੇਸ਼ੀ ਨੇਤਾਵਾਂ ਦੇ ਦੁਆਰਾ ਦਿੱਤੇ ਗਏ $2,50,000 ਅਮਰੀਕੀ ਡਾਲਰ ਦੇ ਤੋਹਫਿਆਂ ਬਾਰੇ ਜਾਣਕਾਰੀ ਦੇਣ ਵਿੱਚ ਅਸਫਲ ਰਹੇ। ਰਿਪੋਰਟ ਦੇ ਅਨੁਸਾਰ ਤੋਹਫਿਆਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਕਈ ਭਾਰਤੀ ਨੇਤਾਵਾਂ ਦੇ ਦੁਆਰਾ ਦਿੱਤੇ ਗਏ 47,000 ਅਮਰੀਕੀ ਡਾਲਰ ਦੇ ਤੋਹਫੇ ਵੀ ਸ਼ਾਮਲ ਨੇ। ਕਮੇਟੀ ਦੀ ਰਿਪੋਰਟ ਦੇ ਸਿਰਲੇਖ ਹੈ ਸੌਦੀ ਤਲਵਾਰਾਂ, ਭਾਰਤੀ ਗਹਿਣੇ ਅਤੇ ਡੋਨਾਲਡ ਟਰੰਪ ਦਾ ਇੱਕ ਵਿਸ਼ਾਲ ਸਲਵਾਡੋਰਨ ਪੋਰਟਰੇਟ। ਮੁੱਖ ਵਿਦੇਸ਼ੀ ਤੋਹਫਿਆਂ ਦੀ ਰਿਪੋਰਟ ਕਰਨ ਵਿੱਚ ਟਰੰਪ ਪ੍ਰਸ਼ਾਸਨ ਦੀ ਅਸਫਲਤਾ। ਰਿਪੋਰਟ ਵਿਦੇਸ਼ੀ ਤੋਹਫੇ ਅਤੇ ਸਜਾਵਟ ਐਕਟ ਦੇ ਤਹਿਤ ਦਫ਼ਤਰ ਵਿੱਚ ਰਹਿੰਦੇ ਹੋਏ ਵਿਦੇਸ਼ੀ ਸਰਕਾਰੀ ਅਧਿਕਾਰੀਆਂ ਤੋਂ ਪ੍ਰਾਪਤ ਕੀਤੇ ਤੋਹਫਿਆਂ ਦੀ ਰਿਪੋਰਟ ਕਰਨ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਦੀ ਅਸਫਲਤਾ ਬਾਰੇ ਕਮੇਟੀ ਡੈਮੋਕ੍ਰੇਟਸ ਦੀ ਚੱਲ ਰਹੀ ਜਾਂਚ ਦੇ ਸ਼ੁਰੂਆਤੀ ਨਤੀਜੇ ਪੇਸ਼ ਕਰਦੀ ਹੈ। ਟਰੰਪ ਇੱਕ ਰਿਪਬਲਿਕਨ ਨੇਤਾ ਨੇ। ਉਹਨਾਂ ਨੇ 2017 ਤੋਂ 2021 ਤੱਕ ਸੰਯੁਕਤ ਰਾਜ ਦੇ 45ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਰਿਪੋਰਟ ਵਿੱਚ ਦੋਸ਼ ਲਗਾਇਆ ਗਿਆ ਕਿ ਟਰੰਪ ਅਤੇ ਉਹਨਾਂ ਦਾ ਪਰਿਵਾਰ 100 ਤੋਂ ਵੱਧ ਵਿਦੇਸ਼ੀ ਤੋਹਫਿਆਂ ਦੀ ਜਾਣਕਾਰੀ ਦੇਣ ਵਿੱਚ ਅਸਫਲ ਰਿਹਾ, ਜਿਨ੍ਹਾਂ ਦੀ ਕੁੱਲ ਕੀਮਤ $10 ਲੱਖ ਤੋਂ ਵੱਧ ਹੈ। ਨਵੰਬਰ 2021 ਚ ਸਟੇਟ ਡਿਪਾਰਟਮੈਂਟ ਦੇ ਇੰਸਪੈਕਟਰ ਜਨਰਲ ਦੇ ਦਫ਼ਤਰ ਨੇ ਟਰੰਪ ਪ੍ਰਸ਼ਾਸਨ ਦੌਰਾਨ ਪ੍ਰੋਟੋਕੋਲ ਦੇ ਚੀਫ ਦੇ ਦਫ਼ਤਰ ਦੇ ਵਿੱਚ ਕੀਮਤੀ ਗੁੰਮ ਆਈਟਮਾਂ ਸਮੇਤ ਮਹੱਤਵਪੂਰਨ ਸਮੱਸਿਆਵਾਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ। ਰਿਪੋਰਟ ਦੇ ਮੁਤਾਬਕ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਟਰੰਪ ਪਰਿਵਾਰ ਨੂੰ ਭਾਰਤ ਤੋਂ 47,000 ਅਮਰੀਕੀ ਡਾਲਰ ਤੋਂ ਵੱਧ ਦੇ 17 ਅਣਦੱਸੇ ਤੋਹਫੇ ਮਿਲੇ ਨੇ। ਇਹਨਾਂ ਤੋਹਫਿਆਂ ਦੇ ਵਿੱਚ ਯੋਗੀ ਆਦਿੱਤਿਆਨਾਥ ਵੱਲੋਂ ਦਿੱਤਾ ਗਿਆ 8500 ਅਮਰੀਕੀ ਡਾਲਰ ਦਾ ਫੁੱਲਦਾਨ, 4600 ਅਮਰੀਕੀ ਡਾਲਰ ਦਾ ਤਾਜ ਮਹਿਲ ਦਾ ਮਾਡਲ, ਸਾਬਕਾ ਰਾਸ਼ਟਰਪਤੀ ਕੋਵਿੰਦ ਵੱਲੋਂ 6600 ਅਮਰੀਕੀ ਡਾਲਰ ਦਾ ਫੁੱਲਦਾਨ ਸ਼ਾਮਲ ਹੈ। ਸੰਯੁਕਤ ਰਾਸ਼ਟਰ ਦਾ ਨਸਲਕੁਸ਼ੀ ਦੇ ਅਪਰਾਧ ਤੇ ਇਸ ਅਪਰਾਧ ਦੀ ਰੋਕਥਾਮ ਦੇ ਪੀੜਤਾਂ ਦੀ ਯਾਦਗਾਰ ਅਤੇ ਸਨਮਾਨ ਦਾ ਅੰਤਰਰਾਸ਼ਟਰੀ ਦਿਵਸ ਜੋ ਹਰ ਸਾਲ 9 ਦਸੰਬਰ ਨੂੰ ਦੁਨੀਆ ਭਰ ਵਿੱਚ ਨਸਲਕੁਸ਼ੀ ਦੇ ਪੀੜਤਾਂ ਦੀ ਯਾਦ ਵਿੱਚ ਨਸਲਕੁਸ਼ੀ ਕਨਵੈਨਸ਼ਨ ਦੀ ਵਰ੍ਹੇਗੰਢ ਦੇ ਸਨਮਾਨ ਦੇ ਲਈ ਮਨਾਇਆ ਜਾਂਦਾ ਹੈ। ਇਸ ਸਾਲ ਨਸਲਕੁਸ਼ੀ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ 74ਵੀਂ ਵਰ੍ਹੇਗੰਢ ਤੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਸਿੱਖ ਕੌਮ ਦੇ ਨੁਮਾਇੰਦੇ ਵੀ ਪਹੁੰਚੇ। ਸਿੱਖ ਭਾਈਚਾਰੇ ਦੀ ਇਹ ਸ਼ਮੂਲੀਅਤ ਹਰ ਸਿੱਖ ਦੇ ਲਈ ਮਾਣ ਵਾਲੀ ਗੱਲ ਹੈ। ਇਸ ਵਰ੍ਹੇਗੰਢ ਮੌਕੇ ਡਾਕਟਰ ਇਕਤਦਾਰ ਚੀਮਾ ਅਤੇ ਡਾਕਟਰ ਪ੍ਰਿਤਪਾਲ ਸਿੰਘ ਨੇ ਸੰਯੁਕਤ ਰਾਸ਼ਟਰ ਦੇ ਅੰਡਰ ਸੈਕਟਰੀ ਜਨਰਲ ਨੂੰ ਸਿੱਖ ਨਸਲਕੁਸ਼ੀ ਬਾਰੇ ਇੱਕ ਮੰਗ ਪੱਤਰ ਸੌਂਪਿਆ। ਇੱਥੇ ਦੱਸਣਯੋਗ ਹੈ ਕਿ 9 ਦਸੰਬਰ 1948 ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੁਆਰਾ ਪਹਿਲੀ ਵਾਰ ਮਨੁੱਖੀ ਅਧਿਕਾਰ ਸੰਧੀ ਨੂੰ ਅਪਣਾਇਆ ਗਿਆ ਸੀ। ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਰਹਿਣ ਵਾਲੀ ਮਨਸੁਖ ਕੌਰ ਨੇ ਅਮਰੀਕਾ 'ਚ ਮੁਕਾਮ ਹਾਸਲ ਕੀਤਾ। ਜਾਣਕਾਰੀ ਦੇ ਮੁਤਾਬਕ ਮਨਸੁਖ ਕੌਰ ਅਮਰੀਕਾ ਵਿੱਚ ਡਾਕਟਰ ਬਣੀ ਹੈ, ਜਿਸ ਦੀ ਖੁਸ਼ੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਵਧਾਈਆਂ ਵੀ ਦਿੱਤੀਆਂ ਗਈਆਂ। ਦੱਸਣਯੋਗ ਹੈ ਕਿ ਓਕਲਾਹੋਮਾ ਯੂਨੀਵਰਸਿਟੀ ਅਮਰੀਕਾ ਦੀ ਬੀਤੇ ਸੈਸ਼ਨ ਦੀ ਸਭ ਤੋਂ ਘੱਟ ਉਮਰ ਦੀ ਮਨਸੁਖ ਨੇ ਡਾਕਟਰ ਬਣ ਕੇ ਆਪਣੇ ਮਾਤਾ ਪਿਤਾ ਅਤੇ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸੰਬੰਧੀ ਮਨਸੁਖ ਕੌਰ ਦੇ ਪਿਤਾ ਨੇ ਦੱਸਿਆ ਕਿ ਗੁਰੂ ਸਾਹਿਬਾਨ ਦੀ ਨਗਰੀ ਦੀ ਤਿਲਫੁਲ ਸੇਵਾ ਕਰਕੇ ਮਾਣ ਮਿਲਿਆ ਹੈ। ਸਾਊਦੀ ਅਰਬ ਨੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੇ ਅਪਮਾਨਜਨਕ ਟਵੀਟ ਕਰਨ ਵਾਲੇ ਅਮਰੀਕੀ ਨਾਗਰਿਕ ਨੂੰ ਰਿਹਾ ਕਰ ਦਿੱਤਾ ਹੈ।
ਅਮਰੀਕਾ ਦੇ ਫਲੋਰੀਡਾ ਦੇ ਰਹਿਣ ਵਾਲੇ ਸਾਦ ਅਲੀ ਮਾਦੀ ਨੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਆਲੋਚਨਾ ਕਰਦੇ ਹੋਏ ਕੁਝ ਟਵੀਟ ਕੀਤੇ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਸਾਦ ਅਲ ਮਾਦੀ ਦੇ ਬੇਟੇ ਇਬਰਾਹਿਮ ਅਲ ਮਾਦੀ ਨੇ ਆਪਣੇ ਪਿਤਾ ਦੀ ਰਿਹਾਈ ਦੀ ਜਾਣਕਾਰੀ ਦਿੱਤੀ। ਸਾਦ ਅਲ ਮਾਦੀ ਦੀ ਰਿਹਾਈ ਤੇ ਸਾਊਦੀ ਜਾਂ ਅਮਰੀਕੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ, ਪਰ ਸਾਦ ਅਲ ਮਾਦੀ ਦੀ ਰਿਹਾਈ ਦੀ ਪ੍ਰਕਿਰਿਆ ਪਿਛਲੇ ਇੱਕ ਹਫ਼ਤੇ ਤੋਂ ਸ਼ੁਰੂ ਹੋ ਗਈ ਸੀ। ਸਾਊਦੀ ਅਰਬ ਅਤੇ ਅਮਰੀਕਾ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੇ ਸਾਦ ਅਲ ਮਾਦੀ ਖਿਲਾਫ ਸਾਰੇ ਦੋਸ਼ ਹਟਾ ਦਿੱਤੇ ਗਏ ਨੇ। ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਸਾਦ ਖਿਲਾਫ ਲਗਾਈ ਗਈ ਯਾਤਰਾ ਪਾਬੰਦੀ ਕਦੋਂ ਤੱਕ ਜਾਰੀ ਰਹੇਗੀ। ਸਾਊਦੀ ਅਰਬ ਨੇ ਪਿਛਲੇ ਸਾਲ ਸਾਦ ਅਲ ਮਾਦੀ ਨੂੰ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ, ਇਹ ਕਹਿੰਦੇ ਹੋਏ ਕਿ ਸਾਊਦੀ ਅਰਬ ਦੀ ਰਾਜਨੀਤੀ ਦੀ ਆਲੋਚਨਾ ਕਰਨ ਵਾਲੇ ਉਸਦੇ ਟਵੀਟਸ ਨੂੰ ਰਾਜ ਖਿਲਾਫ ਅੱਤਵਾਦੀਆਂ ਕਾਰਵਾਈਆਂ ਮੰਨਿਆ ਗਿਆ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸਾਊਦੀ ਅਰਬ ਦੇ ਨਾਲ ਸੰਬੰਧ ਸੁਧਾਰਨ ਦੇ ਮੱਦੇਨਜ਼ਰ ਪਿਛਲੇ ਸਾਲ ਸਾਊਦੀ ਅਰਬ ਦਾ ਦੌਰਾ ਕੀਤਾ ਸੀ। ਸਾਊਦੀ ਦੀ ਅਦਾਲਤ ਨੇ ਸਾਦ ਦੀ ਸਜ਼ਾ ਵਧਾ ਕੇ 19 ਸਾਲ ਕਰ ਦਿੱਤੀ ਸੀ। ਅਰਲਿੰਗਟਨ ਟੈਕਸਾਸ ਵਿੱਚ ਇੱਕ ਹਾਈ ਸਕੂਲ 'ਚ ਹੋਈ ਗੋਲੀਬਾਰੀ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋਣ ਤੇ ਇੱਕ ਹੋਰ ਦੇ ਜ਼ਖਮੀ ਹੋਣ ਦੀ ਖਬਰ ਹੈ। ਅਰਲਿੰਗਟਨ ਪੁਲਿਸ ਨੇ ਕਿਹਾ ਕਿ ਲਾਮਰ ਹਾਈ ਸਕੂਲ ਦੀ ਇਮਾਰਤ ਦੇ ਬਾਹਰ ਗੋਲੀਬਾਰੀ ਹੋਣ ਦੀ ਸੂਚਨਾ ਮਿਲਣ ਤੇ ਪੁਲਿਸ ਅਫਸਰ ਸਵੇਰੇ 7 ਵਜੇ ਤੋਂ ਪਹਿਲਾਂ ਮੌਕੇ ਉੱਪਰ ਪੁੱਜੇ। ਮੌਕੇ ਉੱਪਰ ਇੱਕ ਵਿਦਿਆਰਥੀ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਦੇ ਗੋਲੀ ਵੱਜੀ ਹੋਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਦਮ ਤੋੜ ਗਿਆ। ਇਸ ਘਟਨਾ ਦੇ ਵਿੱਚ ਇੱਕ ਹੋਰ ਵਿਦਿਆਰਥਣ ਵੀ ਜ਼ਖਮੀ ਹੋਈ ਹੈ। ਪੁਲਿਸ ਦੇ ਬੁਲਾਰੇ ਟਿਮ ਨੇ ਕਿਹਾ ਕਿ ਸਕੂਲ ਲੱਗਣ ਦਾ ਸਮਾਂ 7:35 ਦਾ ਹੈ, ਇਸ ਲਈ ਗੋਲੀ ਚੱਲਣ ਸਮੇਂ ਸਾਰੇ ਵਿਦਿਆਰਥੀ ਸਕੂਲ ਨਹੀਂ ਪੁੱਜੇ ਸੀ। ਉਹਨਾਂ ਨੇ ਕਿਹਾ ਕਿ ਇੱਕ ਸ਼ੱਕੀ ਸ਼ੂਟਰ ਨੂੰ ਹਿਰਾਸਤ ਵਿੱਚ ਲਿਆ ਹੈ, ਜੋ ਕਿ ਸ਼ੱਕੀ ਸ਼ੂਟਰ ਹੈ। ਪੁਲਿਸ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਸ਼ੱਕੀ ਸ਼ੂਟਰ ਨਾਬਾਲਗ ਹੈ, ਇਸ ਲਈ ਉਸ ਦਾ ਨਾਂ ਜਾਰੀ ਨਹੀਂ ਕੀਤਾ ਗਿਆ। ਉਸ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਤੇ ਉਸ ਨੂੰ ਇਸ ਸਮੇਂ ਟ੍ਰੈਂਟ ਕਾਉਂਟੀ ਜ਼ਵਾਨਲ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਗਿਆ। ਘਟਨਾ ਦੀ ਜਾਂਚ ਉਪਰੰਤ ਉਸ ਵਿਰੁੱਧ ਹੋਰ ਵੀ ਦੋਸ਼ ਆਇਦ ਹੋਣ ਦੀ ਸੰਭਾਵਨਾ ਹੈ। ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਵੱਡੀ ਆਈਟੀ ਕੰਪਨੀ ਵਿਪਰੋ ਵੱਲੋਂ ਆਪਣੇ ਘੱਟੋ-ਘੱਟ 120 ਮੁਲਾਜ਼ਮਾਂ ਦੀ ਛਾਂਟੀ ਕਰ ਦੇਣ ਦੀ ਖਬਰ ਹੈ। ਕੰਪਨੀ ਵੱਲੋਂ ਫਲੋਰੀਡਾ ਡਿਪਾਰਟਮੈਂਟ ਆਫ ਓਪਰਚੁਨਿਟੀ ਨੂੰ ਦਿੱਤੇ ਵਰਕ ਐਡਜਸਟਮੈਂਟ ਐਂਡ ਰੀਟ੍ਰੇਨਿੰਗ ਨੋਟੀਫਿਕੇਸ਼ਨ ਨੋਟਿਸ ਵਿੱਚ ਮੁਲਾਜ਼ਮਾਂ ਦੀ ਛਾਂਟੀ ਦਾ ਵੇਰਵਾ ਦਿੱਤਾ ਗਿਆ। ਪ੍ਰਭਾਵਿਤ ਹੋਏ ਮੁਲਾਜ਼ਮਾਂ ਵਿੱਚ 100 ਤੋਂ ਵੱਧ ਪ੍ਰੋਸੈਸਿੰਗ ਏਜੰਟ ਤੇ ਬਾਕੀ ਮੁਲਾਜ਼ਮ ਵਿੱਚ ਟੀਮ ਲੀਡਰ ਤੇ ਟੀਮ ਮੈਨੇਜਰ ਸ਼ਾਮਲ ਨੇ। ਵਿਪਰੋ ਨੇ ਕਿਹਾ ਕਿ ਉਹ ਖੇਤਰ ਪ੍ਰਤੀ ਸਮਰਪਿਤ ਹੈ ਤੇ ਟਾਂਪਾ ਖੇਤਰ ਵਿੱਚ ਕੰਮ ਕਰਦੇ ਕੰਪਨੀ ਦੇ ਬਾਕੀ ਮੁਲਾਜ਼ਮਾਂ ਉੱਪਰ ਇਸ ਦਾ ਕੋਈ ਅਸਰ ਨਹੀਂ ਹੈ। ਕੰਪਨੀ ਵੱਲੋਂ ਜਾਰੀ ਛਾਂਟੀ ਨੋਟਿਸ ਇਸ ਸਾਲ ਮਈ ਤੋਂ ਲਾਗੂ ਹੋਏਗਾ। ਭਾਰਤ ਦੀ ਪ੍ਰਮੁੱਖ ਆਈਟੀ ਕੰਪਨੀ ਵਿਪਰੋ ਦਾ ਅਮਰੀਕਾ, ਕੈਨੇਡਾ, ਮੈਕਸੀਕੋ ਤੇ ਬ੍ਰਾਜ਼ੀਲ ਵਿੱਚ 2 ਲੱਖ ਤੋਂ ਮੁਲਾਜ਼ਮ ਵੱਧ ਨੇ ਇਸ ਕੰਪਨੀ ਦੇ। ਇੱਕ ਗਰੁੱਪ ਨੇ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਵਿੱਚ ਭਾਰਤੀ ਦੂਤਵਾਸ ਉੱਤੇ ਹਮਲਾ ਕਰ ਦਿੱਤਾ ਤੇ ਇਸ ਨੂੰ ਨੁਕਸਾਨ ਪਹੁੰਚਾਇਆ। ਭਾਰਤ ਨੇ ਘਟਨਾ ਦੀ ਨਿਖੇਧੀ ਕਰਦਿਆਂ ਅਮਰੀਕਾ ਨੂੰ ਕਿਹਾ ਕਿ ਉਹ ਅਜਿਹੀਆਂ ਵਾਰਦਾਤਾਂ ਨੂੰ ਮੁੜ ਤੋਂ ਨਾ ਹੋਣ ਦੇਣ ਦੇ ਲਈ ਢੁਕਵੇਂ ਕਦਮ ਚੁੱਕਣ। ਭਾਰਤੀ ਭਾਈਚਾਰੇ ਦੇ ਨਾਲ ਸੰਬੰਧਿਤ ਇੱਕ ਸੰਗਠਨ FIIDS ਨੇ ਕਿਹਾ ਕਿ ਲੰਡਨ ਤੇ ਸਾਨ ਫਰਾਂਸਿਸਕੋ ਵਿੱਚ ਵਾਪਰੀਆਂ ਘਟਨਾਵਾਂ ਕਾਨੂੰਨ ਵਿਵਸਥਾ ਦੀ ਪੂਰੀ ਤਰ੍ਹਾਂ ਨਾਕਾਮੀ ਨੂੰ ਦਰਸਾਉਂਦੀਆਂ ਨੇ, ਜਿੱਥੇ ਕੁਝ ਵੱਖਵਾਦੀ ਕੱਟੜਵਾਦੀਆਂ ਨੇ ਭਾਰਤੀ ਕੂਟਨੀਤਿਕ ਮਿਸ਼ਨਾਂ ਉੱਤੇ ਹਮਲਾ ਕੀਤਾ ਹੈ। ਸੰਗਠਨ ਨੇ ਕਿਹਾ ਕਿ ਯੂਕੇ ਤੇ ਅਮਰੀਕਾ ਕੂਟਨੀਤਿਕ ਮਿਸ਼ਨਾਂ ਦੀ ਸੁਰੱਖਿਆ ਦੇ ਲਈ ਵਿਆਨਾ ਸਮਝੌਤੇ ਵਿੱਚ ਜ਼ਾਹਿਰ ਵਚਨਬੱਧਤਾ ਨੂੰ ਪੂਰੀ ਕਰਨ ਵਿੱਚ ਨਾਕਾਮ ਹੋਏ ਨੇ। ਵੇਰਵਿਆਂ ਦੇ ਮੁਤਾਬਕ ਸਾਨ ਫਰਾਂਸਿਸਕੋ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਮੁਜ਼ਾਹਰਾਕਾਰੀ ਆਰਜ਼ੀ ਸੁਰੱਖਿਆ ਨਾਕੇ ਤੋੜ ਕੇ ਦੂਤਵਾਸ ਦੇ ਨੇੜੇ ਪਹੁੰਚ ਗਏ ਤੇ ਕੌਂਸਲੇਟ ਦੇ ਅੰਦਰ ਦੇ ਬਹੁਤ ਸਾਰੇ ਝੰਡੇ ਲਾ ਦਿੱਤੇ। ਭਾਰਤੀ ਵਣਜ ਦੂਤਘਰ ਤੇ ਕੀਤੇ ਗਏ ਹਮਲੇ ਤੋਂ ਬਾਅਦ ਵਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਇਹ ਹਮਲਾ ਸਹਿਣਯੋਗ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਸੀਂ ਨਿਸ਼ਚਿਤ ਤੌਰ ਤੇ ਇਸ ਭੰਨਤੋੜ ਦੀ ਨਿੰਦਾ ਕਰਦੇ ਹਾਂ। ਇਹ ਬਿਲਕੁਲ ਅਸਵੀਕਾਰ ਕਰਨਯੋਗ ਹੈ। ਵਿਦੇਸ਼ ਵਿਭਾਗ ਦੀ ਕੂਟਨੀਤਿਕ ਸੁਰੱਖਿਆ ਸੇਵਾ ਸਹੀ ਢੰਗ ਦੇ ਨਾਲ ਜਾਂਚ ਕਰਨ ਦੇ ਲਈ ਸਥਾਨਕ ਅਧਿਕਾਰੀਆਂ ਦੇ ਨਾਲ ਕੰਮ ਕਰ ਰਹੀ ਹੈ। ਰਾਜ ਵਿਭਾਗ ਨੁਕਸਾਨ ਦੇ ਮੁਲਾਂਕਣ ਦੇ ਲਈ ਬੁਨਿਆਦੀ ਢਾਂਚੇ ਦੇ ਦ੍ਰਿਸ਼ਟੀਕੋਣ ਤੇ ਕੰਮ ਕਰੇਗਾ। ਉਹਨਾਂ ਨੇ ਕਿਹਾ ਕਿ ਅਮਰੀਕਾ ਭਾਰਤੀ ਵਣਜ ਦੂਤਘਰ ਤੇ ਹਮਲੇ ਵਿੱਚ ਸੰਯੁਕਤ ਰਾਸ਼ਟਰ ਦੇ ਅੰਦਰ ਕੂਟਨੀਤਿਕ ਸਹੂਲਤਾਂ ਤੇ ਕਿਸੇ ਵੀ ਹਮਲੇ ਦੀ ਨਿੰਦਾ ਕਰਦਾ ਹੈ। ਅਸੀਂ ਇਹਨਾਂ ਸਹੂਲਤਾਂ ਦੇ ਨਾਲ-ਨਾਲ ਡਿਪਲੋਮੈਟਾਂ ਦੀ ਸੁਰੱਖਿਆ ਦਾ ਵਾਅਦਾ ਕਰਦੇ ਹਾਂ। ਅਮਰੀਕੀ ਮੀਡੀਆ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ 'ਚ ਕਿਹਾ ਗਿਆ ਕਿ ਪਿਛਲੇ ਸਾਲ ਅਮਰੀਕਾ ਵੱਲੋਂ ਭਾਰਤ ਨੂੰ ਦਿੱਤੀ ਅਹਿਮ ਖੁਫੀਆ ਜਾਣਕਾਰੀ ਦੇ ਆਧਾਰ ਤੇ ਭਾਰਤੀ ਸੈਨਾ ਨੇ
ਸਫਲਤਾ ਦੇ ਨਾਲ ਹਿਮਾਲਿਆ ਖੇਤਰ ਵਿੱਚ ਚਾਈਨਾ ਦੀ ਘੁਸਪੈਠ ਰੋਕੀ ਸੀ। ਹਾਲਾਂਕਿ ਵਾਈਟ ਹਾਊਸ ਨੇ ਇਹਨਾਂ ਮੀਡੀਆ ਰਿਪੋਰਟਾਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ। ਵਾਈਟ ਹਾਊਸ ਨੇ ਤਰਜਮਾਨ ਜੋਹਨ ਕਿਰਬੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ। ਇੱਕ ਵਿਸ਼ੇਸ਼ ਰਿਪੋਰਟ ਵਿੱਚ ਯੂਐਸ ਨਿਊਜ਼ ਨੇ ਕਿਹਾ ਕਿ ਭਾਰਤ ਹਿਮਾਲਿਆ ਦੇ ਉੱਚੇ ਪਹਾੜੀ ਖੇਤਰ ਵਿੱਚ ਇਸ ਲਈ ਚੀਨੀ ਘੁਸਪੈਠ ਨੂੰ ਰੋਕਣ ਲਈ ਸਫਲ ਹੋ ਸਕਿਆ ਕਿਉਂਕਿ ਅਮਰੀਕੀ ਫੌਜ ਨੇ ਉਸ ਦੇ ਨਾਲ ਬੇहद ਅਹਿਮ ਖੁਫੀਆ ਜਾਣਕਾਰੀ ਸਾਂਝੀ ਕੀਤੀ ਸੀ। ਇਸ ਦੇ ਕਾਰਨ ਚਾਈਨਾ ਦੀ ਫੌਜ ਨੂੰ ਭਾਰਤ ਨੇ ਸਫਲਤਾ ਦੇ ਨਾਲ ਰੋਕ ਲਿਆ। ਇਸ ਤੋਂ ਬਾਅਦ ਚਾਈਨਾ ਦੀ ਕਮਿਊਨਿਸਟ ਪਾਰਟੀ ਨੂੰ ਸਰਹੱਦਾਂ ਦੇ ਨਾਲ ਜ਼ਮੀਨਾਂ ਹੜਪਣ ਬਾਰੇ ਆਪਣੀ ਪਹੁੰਚ ਉੱਤੇ ਮੁੜ ਵਿਚਾਰ ਕਰਨਾ ਪਿਆ। ਜ਼ਿਕਰਯੋਗ ਹੈ ਕਿ ਭਾਰਤ ਤੇ ਚਾਈਨਾ ਵਿਚਾਲੇ ਪਿਛਲੇ ਸਾਲ ਦਸੰਬਰ ਦੇ ਵਿੱਚ ਅਰੁਣਾਚਲ ਦੇ ਤਵਾਂਗ ਵਿੱਚ ਟਕਰਾਅ ਹੋਇਆ। ਦੋਵੇਂ ਪਾਸੇ ਸੈਨਿਕਾਂ ਦੇ ਹਲਕੀ ਸੱਟਾਂ ਲੱਗੀਆਂ। ਰਿਪੋਰਟ ਦੇ ਮੁਤਾਬਕ ਅਮਰੀਕੀ ਸਰਕਾਰ ਨੇ ਪਹਿਲੀ ਵਾਰ ਆਪਣੇ ਭਾਰਤੀ ਸਾਥੀਆਂ ਨੂੰ ਬਿਲਕੁਲ ਸਮੇਂ ਦੇ ਨਾਲ ਚੀਨੀ ਪੋਜੀਸ਼ਨ ਦੀ ਸਟੀਕ ਜਾਣਕਾਰੀ ਦਿੱਤੀ ਤੇ ਚਾਈਨੀ ਫੌਜ ਦੇ ਅੱਗੇ ਵਧਣ ਤੋਂ ਪਹਿਲਾਂ ਭਾਰਤ ਨੇ ਆਪਣੀ ਤਿਆਰੀ ਮਜ਼ਬੂਤ ਕੀਤੀ। ਰਿਪੋਰਟ ਵਿੱਚ ਅਮਰੀਕੀ ਇੰਟੈਲੀਜੈਂਸ ਨਾਲ ਜੁੜੇ ਸੂਤਰਾਂ ਦਾ ਹਵਾਲਾ ਦਿੱਤਾ ਗਿਆ ਹੈ। ਉਹਨਾਂ ਦੇ ਮੁਤਾਬਕ ਭਾਰਤ ਦੇ ਨਾਲ ਸਾਂਝੀ ਕੀਤੀ ਗਈ ਜਾਣਕਾਰੀ 'ਚ ਸੈਟੇਲਾਈਟ ਇਮੇਜਰੀ ਸ਼ਾਮਲ ਸੀ। ਰਿਪੋਰਟ ਦੇ ਮੁਤਾਬਕ ਜਾਣਕਾਰੀ ਕਾਫੀ ਵਿਆਪਕ ਸੀ ਤੇ ਨਾਲ ਮੁਹੱਈਆ ਕਰਵਾਈ ਗਈ। ਅਮਰੀਕਾ ਨੇ ਪਹਿਲਾਂ ਕਦੇ ਅਜਿਹਾ ਨਹੀਂ ਕੀਤਾ। ਰਿਪੋਰਟ ਦੇ ਮੁਤਾਬਕ ਭਾਰਤ ਦੀ ਤਿਆਰੀ ਕਾਰਨ ਚੀਨ ਨੂੰ ਪਿੱਛੇ ਹਟਣਾ ਪਿਆ। ਵਾਈਟ ਹਾਊਸ ਨੇ ਉਸ ਰਿਪੋਰਟ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀਗਾ ਕਿ ਅਮਰੀਕਾ ਨੇ ਪਿਛਲੇ ਸਾਲ ਭਾਰਤੀ ਫੌਜ ਨੂੰ ਮਹੱਤਵਪੂਰਨ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਸੀ ਜਿਸ ਨਾਲ ਉਸ ਨੂੰ ਚੀਨੀ ਘੁਸਪੈਠ ਨੂੰ ਸਫਲਤਾਪੂਰਵਕ ਨਜਿੱਠਣ ਵਿੱਚ ਮਦਦ ਮਿਲੀ। ਵਾਈਟ ਹਾਊਸ ਵਿੱਚ ਰਣਨੀਤਿਕ ਸੰਚਾਰ ਦੇ ਲਈ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਕੋਆਰਡੀਨੇਟਰ ਜੌਨ ਨੇ ਇਸ ਖਬਰ ਬਾਰੇ ਪੁੱਛੇ ਜਾਣ ਤੇ ਇੱਥੇ ਰੋਜ਼ਾਨਾ ਪੱਤਰਕਾਰ ਸੰਮੇਲਨ 'ਚ ਕਿਹਾ, ਨਹੀਂ ਮੈਂ ਇਸ ਦੀ ਪੁਸ਼ਟੀ ਨਹੀਂ ਕਰ ਸਕਦਾ। ਨਿਊਯਾਰਕ ਗ੍ਰੈਂਡ ਜਿਊਰੀ ਇੱਕ ਪੌਰਨ ਸਟਾਰ ਨੂੰ ਚੁੱਪ-ਚਪੀਤੇ ਪੈਸੇ ਦੇਣ ਦੇ ਮਾਮਲੇ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਆਪਣਾ ਕੰਮ ਪੂਰਾ ਕਰਨ ਦੀ ਤਿਆਰੀ 'ਚ ਹੈ। ਟਰੰਪ ਨੇ ਬਿਨਾਂ ਕਿਸੇ ਸਬੂਤ ਦੇ ਦਾਅਵਾ ਕੀਤਾ ਸੀਗਾ ਕਿ ਉਸ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਹਾਲਾਂਕਿ ਉਸ ਦੇ ਪ੍ਰਤੀਨਿਧੀਆਂ ਨੇ ਬਾਅਦ ਵਿੱਚ ਕਿਹਾ ਕਿ ਉਹ ਮੀਡੀਆ ਰਿਪੋਰਟਾਂ ਦੇ ਲੀਕ ਹੋਣ ਦਾ ਹਵਾਲਾ ਦੇ ਰਹੇ ਸੀ। 18 ਮਾਰਚ ਨੂੰ ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ ਸੀਗਾ ਕਿ 23 ਜਨਵਰੀ ਤੱਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਪ੍ਰਦਰਸ਼ਨ ਕੀਤੇ ਜਾਣ। 2016 ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਕਈ ਮੁਹਿੰਮ ਚਲਾ ਰਹੇ ਸਨ। ਉਸ ਵੇਲੇ ਇੱਕ ਖਬਰ ਇਹ ਵੀ ਚੱਲੀ ਕਿ ਟਰੰਪ ਨੇ ਆਪਣੇ ਰਾਜ ਲੁਕਾਉਣ ਦੇ ਲਈ ਲੱਖਾਂ ਡਾਲਰ ਉਡਾ ਦਿੱਤੇ। ਕਥਿਤ ਤੌਰ ਤੇ ਪੈਸੇ ਟਰੰਪ ਨੇ ਇੱਕ ਪੌਰਨ ਸਟਾਰ ਨੂੰ ਭਿਜਵਾਏ ਸੀ। ਇੱਕ ਵਾਰ ਜਾਂਚ ਪੂਰੀ ਹੋਣ ਤੋਂ ਬਾਅਦ ਗ੍ਰੈਂਡ ਜਿਊਰੀ ਅਪਰਾਧਕ ਦੋਸ਼ਾਂ ਤੇ ਵੋਟ ਕਰੇਗੀ। ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ। 23 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਪਾਰਸ ਜੋਸ਼ੀ ਜੋ 23 ਫਰਵਰੀ 2023 ਤੋਂ ਲਾਪਤਾ ਸੀ, ਉਸ ਦੀ ਲਾਸ਼ 19 ਮਾਰਚ 2023 ਨੂੰ ਬਰੈਂਪਟਨ ਵਿੱਚ ਮਿਲੀ। ਰੀਜਨ ਆਫ ਪੀਲ ਬਾਈ ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਕਿ ਬਰੈਂਪਟਨ ਦੇ ਲਾਪਤਾ 23 ਸਾਲਾ ਵਿਦਿਆਰਥੀ ਨੂੰ ਲੱਭ ਲਿਆ ਗਿਆ। ਪਾਰਸ ਜੋਸ਼ੀ ਨੂੰ ਆਖਰੀ ਵਾਰ 23 ਫਰਵਰੀ 2023 ਨੂੰ ਸ਼ਾਮ 4:30 ਵਜੇ ਬਰੈਂਪਟਨ ਵਿੱਚ ਮੇਨ ਸਟਰੀਟ ਨਾਰਥ ਅਤੇ ਵਿਲਜ਼ੀਅਮ ਪਾਰਕਵੇ ਨੇੜੇ ਦੇਖਿਆ ਗਿਆ ਸੀ। ਪਾਰਸ ਦੇ ਚਚੇਰੇ ਭਰਾ ਰਜਤ ਜੋਸ਼ੀ ਨੇ ਪ੍ਰਵਾਸੀ ਮੀਡੀਆ ਸਮੂਹ ਨਾਲ ਇੱਕ ਵਿਸ਼ੇਸ਼ ਗੱਲਬਾਤ 'ਚ ਦੱਸਿਆ ਕਿ ਪਾਰਸ ਹੈਂਸਨ ਕਾਲਜ ਬਰੈਂਪਟਨ ਵਿੱਚ ਬਿਜ਼ਨਸ ਦਾ ਵਿਦਿਆਰਥੀ ਸੀ। ਪਾਰਸ ਦੇ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਜ਼ਿਲ੍ਹੇ ਵਿੱਚ ਇੱਕ ਸਬ ਡਿਵੀਜ਼ਨ ਅਫਸਰ ਹਨ। ਰਜਤ ਨੇ ਦੱਸਿਆ ਕਿ ਉਸਨੂੰ ਸੋਮਵਾਰ ਸਵੇਰੇ ਪਾਰਸ ਦੀ ਮੌਤ ਬਾਰੇ ਸੂਚਿਤ ਕੀਤਾ ਗਿਆ। ਹਾਲਾਂਕਿ ਉਹ ਅਜੇ ਤੱਕ ਉਸ ਨੂੰ ਦੇਖ ਨਹੀਂ ਸਕਿਆ ਕਿਉਂਕਿ ਪੁਲਿਸ ਵੱਲੋਂ ਪਾਰਸ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਰਜਤ ਨੇ ਅੱਗੇ ਦੱਸਿਆ ਕਿ ਪਾਰਸ ਕਦੇ ਵੀ ਆਪਣੇ ਦੋਸਤਾਂ ਦੇ ਗਰੁੱਪ ਵਿੱਚ ਕਿਸੇ ਝਗੜੇ ਵਿੱਚ ਸ਼ਾਮਲ ਨਹੀਂ ਸੀ ਅਤੇ ਨਾ ਹੀ ਉਹ ਨਸ਼ਿਆਂ ਵਿੱਚ ਸ਼ਾਮਲ ਸੀ। ਰਜਤ ਨੇ ਮਾਨਸਿਕ ਬਿਮਾਰੀ ਜਾਂ ਡਿਪਰੈਸ਼ਨ ਦੇ ਕਿਸੇ ਵੀ ਦਾਅਵੇ ਤੋਂ ਇਨਕਾਰ ਕੀਤਾ ਕਿਉਂਕਿ ਉਸ ਦੀ ਮੌਤ ਦਾ ਕਾਰਨ ਅਜੇ ਤੱਕ ਸਪਸ਼ਟ ਹੀ ਨਹੀਂ ਹੋਇਆ। ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦੀ ਅਜੇ ਵੀ ਉਡੀਕ ਹੈ। ਜਿੱਥੇ ਪਾਰਸ ਮ੍ਰਿਤਕ ਪਾਇਆ ਗਿਆ ਉੱਥੇ ਆਸ-ਪਾਸ ਕੋਈ ਵੀ ਸ਼ੱਕੀ ਹਾਲਤ ਨਹੀਂ ਨੇ ਔਰ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ 28 ਮਾਰਚ ਦੇ ਬਜਟ ਰਾਹੀਂ ਆਰਥਿਕ ਤੌਰ ਤੇ ਕਮਜ਼ੋਰ ਕੈਨੇਡੀਅਨਜ਼ ਨੂੰ ਮਹਿੰਗਾਈ ਤੋਂ ਰਾਹਤ ਦੇਣ ਦਾ ਵਾਅਦਾ ਕੀਤਾ ਹੈ, ਪਰ ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਇਸ ਬਾਰੇ ਕੌਮਾਂਤਰੀ ਅਰਥਚਾਰੇ ਦੇ ਮਾੜੇ ਅਸਰਾਂ ਦੀ ਘੁੰਮਣ ਘੇਰੀ ਵਿੱਚੋਂ ਲੰਘ ਰਿਹਾ ਹੈ, ਜਿਸ ਨੂੰ ਵੇਖਦਿਆਂ ਫੈਡਰਲ ਸਰਕਾਰ ਖੁੱਲੇ ਗੱਫੇ ਵੰਡ ਕੇ ਮਹਿੰਗਾਈ ਦੀ ਅੱਗ ਉੱਪਰ ਤੇਲ ਪਾਉਣ ਦਾ ਕੰਮ ਨਹੀਂ ਕਰੇਗੀ। ਪੀਲ
ਪੀਲ ਰੀਜਨਲ ਪੁਲਿਸ ਵੱਲੋਂ ਮਲਟੀ ਮਿਲੀਅਨ ਡਾਲਰ ਦੇ ਇੰਟਰਨੈਸ਼ਨਲ ਕਾਰ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 3 ਮਹੀਨੇ ਚੱਲੀ ਇਸ ਜਾਂਚ ਨੂੰ ਪ੍ਰੋਜੈਕਟ R&R ਦਾ ਨਾਮ ਦਿੱਤਾ ਗਿਆ। ਜੀ ਹਾਂ, ਪ੍ਰੋਜੈਕਟ R&R। ਇਸ ਜਾਂਚ ਦੇ ਦੌਰਾਨ ਚੋਰੀ ਦੀਆਂ ਗੱਡੀਆਂ ਤੋਂ ਕਮਾਈ 10 ਮਿਲੀਅਨ ਡਾਲਰ ਦੀ ਰਕਮ ਪੁਲਿਸ ਵੱਲੋਂ ਬਰਾਮਦ ਕੀਤੀ ਗਈ। ਜਾਂਚ ਉਸ ਸਮੇਂ ਸ਼ੁਰੂ ਕੀਤੀ ਗਈ ਜਦੋਂ ਜਾਂਚਕਾਰਾਂ ਨੂੰ ਪੀਲ ਰੀਜਨ ਦੇ GTA ਵਿੱਚ ਰੇਂਜ ਰੋਵਰਜ਼ ਸਮੇਤ ਚੋਰੀ ਕੀਤੀਆਂ ਜਾਣ ਵਾਲੀਆਂ ਗੱਡੀਆਂ ਦੇ ਇੱਕ ਖਾਸ ਰੁਝਾਨ ਦਾ ਪਤਾ ਲੱਗਿਆ। ਪੁਲਿਸ ਨੇ ਦੱਸਿਆ ਕਿ ਚੋਰ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਉੱਤੇ ਅੰਡਰਗਰਾਉਂਡ ਪਾਰਕਿੰਗ ਗੈਰੇजेस ਦੇ ਰਿਹਾਇਸ਼ੀ ਇਲਾਕਿਆਂ 'ਚ ਘੁੰਮ ਕੇ ਚੋਰੀ ਕੀਤੀਆਂ ਜਾਣ ਵਾਲੀਆਂ ਗੱਡੀਆਂ ਦੀ ਚੋਣ ਕਰਦੇ ਸੀ। ਪੁਲਿਸ ਦਾ ਮੰਨਣਾ ਹੈ ਕਿ ਚੋਰੀ ਕੀਤੀਆਂ ਗਈਆਂ 78 ਗੱਡੀਆਂ ਜਿਹੜੀਆਂ ਉਹਨਾਂ ਨੂੰ ਮਿਲੀਆਂ ਉਹ ਅਸਲ ਵਿੱਚ ਮੌਂਟਰੀਅਲ ਲਿਜਾਈਆਂ ਜਾਣੀਆਂ ਸੀਗੀਆਂ, ਪਰ ਹੌਲੀ-ਹੌਲੀ ਉਹਨਾਂ ਨੂੰ ਇੰਟਰਨੈਸ਼ਨਲ ਪੱਧਰ ਉੱਤੇ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਪੇਲ ਪੁਲਿਸ ਦੇ ਵੱਲੋਂ ਜਾਰੀ ਕੀਤੇ ਗਏ ਰਿਲੀਜ਼ ਦੇ ਅਨੁਸਾਰ ਜਾਂਚਕਾਰਾਂ ਨੇ ਇਸ ਗਰੋਹ ਦੇ ਉਹਨਾਂ ਮੈਂਬਰਾਂ ਦੀ ਪਛਾਣ ਵੀ ਕੀਤੀ ਜਿਹੜੇ ਪੂਰੀ ਸਰਗਰਮੀ ਦੇ ਨਾਲ ਗੱਡੀਆਂ ਚੋਰੀ ਕਰਦੇ ਸੀਗੇ ਤੇ ਫਿਰ ਉਹਨਾਂ ਨੂੰ ਵਿਦੇਸ਼ਾਂ ਨੂੰ ਭੇਜੇ ਜਾਣ ਤੇ ਲੋਡ ਕੀਤੇ ਜਾਣ ਵਾਲੀਆਂ ਥਾਵਾਂ ਦਾ ਵੀ ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ। ਚੋਰੀ ਦੀਆਂ ਇਹਨਾਂ ਗੱਡੀਆਂ ਨੂੰ ਕੰਟੇਨਰਸ ਦੇ ਵਿੱਚ ਲੋਡ ਕਰਕੇ ਮੌਂਟਰੀਅਲ ਦੀ ਬੰਦਰਗਾਹ ਉੱਤੇ ਟਰੱਕ ਜਾਂ ਟ੍ਰੇਨ ਰਾਹੀਂ ਲਿਜਾਇਆ ਜਾਂਦਾ ਸੀ, ਫਿਰ ਉੱਥੋਂ ਵਿਦੇਸ਼ ਭੇਜ ਦਿੱਤਾ ਜਾਂਦਾ ਸੀ। ਪੁਲਿਸ ਨੇ ਬਰੈਂਪਟਨ, ਮੌਂਟਰੀਅਲ, ਜਰਮਨੀ ਤੇ ਸਪੇਨ ਸਮੇਤ ਕਈ ਲੋਕੇਸ਼ਨਸ ਉੱਤੇ ਅਜਿਹੇ 25 ਕੰਟੇਨਰਸ ਫੜੇ। ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਵਿੱਚੋਂ ਬਹੁਤੀਆਂ ਗੱਡੀਆਂ ਸੰਯੁਕਤ ਅਰਬ ਅਮੀਰਾਤ ਭੇਜੀਆਂ ਜਾ ਰਹੀਆਂ ਸਨ। ਜਾਂਚਕਾਰਾਂ ਨੇ ਪੀਲ ਰੀਜਨ ਲਈ 7 ਸਰਚ ਵਾਰੰਟ ਕਢਵਾਏ ਜਿਨ੍ਹਾਂ ਰਾਹੀਂ ਚੋਰੀ ਦੀਆਂ ਗੱਡੀਆਂ ਮਿਲ ਸਕੀਆਂ ਤੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਵੱਡੀ ਮਾਤਰਾ 'ਚ ਕੋਕੀਨ, ਪਾਬੰਦੀਸ਼ੁਦਾ ਮੈਗਜ਼ੀਨ ਵੀ ਬਰਾਮਦ ਕੀਤਾ ਹੈ। ਗ੍ਰਿਫਤਾਰ ਕੀਤੇ ਗਏ 4 ਵਿਅਕਤੀ GTA ਵਾਸੀ ਨੇ ਤੇ ਉਹਨਾਂ ਉੱਤੇ ਸਾਂਝੇ ਤੌਰ ਉੱਤੇ 34 ਚਾਰजेस ਲਗਾਏ ਗਏ ਨੇ। ਜਾਂਚ ਵਿੱਚ ਪੀਲ ਪੁਲਿਸ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੇ ਪੋਰਟ ਆਫ ਮੌਂਟਰੀਅਲ ਦੀ ਮਦਦ ਵੀ ਲਈ। ਪੁਲਿਸ ਨੇ ਦੱਸਿਆ ਕਿ ਅਜੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਟੋਰਾਂਟੋ ਦੇ ਫੇਅਰਵਿਊ ਮਾਲ ਵਿੱਚ ਦਿਨ ਦਿਹਾੜੇ ਗੋਲੀਬਾਰੀ ਦੇ ਦੌਰਾਨ ਇੱਕ ਜਣੇ ਦੀ ਮੌਤ ਹੋਈ ਅਤੇ 2 ਹੋਰ ਜ਼ਖਮੀ ਹੋਏ। ਦੂਜੇ ਪਾਸੇ ਮਿਸੀਸਾਗਾ ਦੇ ਰਿਹਾਇਸ਼ੀ ਇਲਾਕੇ ਦੇ ਵਿੱਚ ਸੋਮਵਾਰ ਸ਼ਾਮ ਗੋਲੀਆਂ ਚੱਲ ਗਈਆਂ ਅਤੇ ਇੱਕ ਜਣੇ ਦੀ ਮੌਤ ਹੋਣ ਦੀ ਰਿਪੋਰਟ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸੋਮਵਾਰ ਬਾਅਦ ਦੁਪਹਿਰ ਸ਼ੈਪਰਡ ਐਵਨਿਊ ਈਸਟ ਅਤੇ ਡੌਨ ਮਿਲਜ਼ ਰੋਡ ਇਲਾਕੇ ਮਾਲ ਵਿੱਚ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਮਗਰੋਂ ਮੌਕੇ ਤੇ ਪੁੱਜੇ ਅਫਸਰਾਂ ਨੂੰ 2 ਜਣੇ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੇ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਸੋਮਵਾਰ ਦੁਪਹਿਰ ਨੂੰ ਫੇਅਰਵਿਊ ਮਾਲ ਦੇ ਪਾਰਕਿੰਗ ਲਾਟ ਵਿੱਚ ਦਿਨ ਦਿਹਾੜੇ ਵਾਪਰੇ ਗੋਲੀकांड ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋਏ। ਦੁਪਹਿਰੇ 4 ਵਜੇ ਤੋਂ ਠੀਕ ਬਾਅਦ ਸ਼ੈਪਰਡ ਐਵਨਿਊ ਈਸਟ ਤੇ ਡੌਨ ਮਿਲਜ਼ ਰੋਡ ਇਲਾਕੇ 'ਚ ਸਥਿਤ ਮਾਲ ਵਿੱਚ ਪੁਲਿਸ ਨੂੰ ਸੱਦਿਆ ਗਿਆ। 2 ਵਿਅਕਤੀ ਜੋ ਕਿ ਆਪਣੇ 20ਵਿਆਂ ਵਿੱਚ ਸਨ ਜਦ ਗੋਲੀਆਂ ਲੱਗਣ ਕਾਰਨ ਜ਼ਖਮੀ ਹਾਲਤ 'ਚ ਮੌਕੇ ਤੇ ਮਿਲੇ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ, ਦੂਜੇ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਪਰ ਉਹ ਖਤਰੇ ਤੋਂ ਬਾਹਰ ਵੀ ਦੱਸਿਆ ਜਾਂਦਾ ਹੈ। ਪੁਲਿਸ ਨੇ ਦੱਸਿਆ ਕਿ ਇਸੇ ਗੋਲੀकांड ਦਾ ਸ਼ਿਕਾਰ ਹੋਏ ਇੱਕ ਹੋਰ ਵਿਅਕਤੀ ਉਹ ਵੀ ਆਪਣੇ 20ਵੇਂ ਸਾਲਾਂ 'ਚ ਸੀ ਨੂੰ ਬਾਅਦ ਵਿੱਚ ਨਿੱਜੀ ਗੱਡੀ 'ਚ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਸਰਵਿਸ ਡਿਊਟੀ ਇੰਸਪੈਕਟਰ ਮਾਈਕ ਨੇ ਦੱਸਿਆ ਕਿ ਹਾਲ ਦੀ ਘੜੀ ਜਾਂਚ ਆਪਣੇ ਮੁੱਢਲੇ ਪੜਾਅ 'ਚ ਹੈ। ਇਹ ਸ਼ੂਟਿੰਗ ਮਾਲ ਦੇ ਕਵਰ ਕੀਤੇ ਗਏ ਪਾਰਕਿੰਗ ਲਾਟਸ ਵਿੱਚ ਉੱਤਰ ਵਾਲੇ ਪਾਸੇ ਹੋਈ। ਜਾਂਚਕਾਰਾਂ ਦਾ ਮੰਨਣਾ ਹੈ ਕਿ ਇਸ ਘਟਨਾਕ੍ਰਮ ਵਿੱਚ ਇੱਕ ਗੱਡੀ ਵੀ ਸ਼ਾਮਲ ਸੀ। ਦੁਪਹਿਰੇ ਕਾਲੇ ਰੰਗ ਦੀ ਸੈਡਾਨ ਜਿਸ ਦੇ ਦਰਵਾਜ਼ੇ ਖੁੱਲੇ ਹੋਏ ਸਨ ਤੇ ਆਲੇ ਦੁਆਲੇ ਸਬੂਤ ਵਾਲੇ ਮਾਰਕਰਸ ਵੀ ਰੱਖੇ ਨਜ਼ਰ ਆਏ। ਲਿਬਰਲ MP ਜਿਸ ਨੂੰ ਚੋਣਾਂ ਦੌਰਾਨ ਕਥਿਤ ਤੌਰ ਉੱਤੇ ਚਾਈਨਾ ਦੀ ਦਖਲ ਅੰਦਾਜ਼ੀ ਕਾਰਨ ਫਾਇਦਾ ਹੋਇਆ ਸੀ, ਉਸਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਉਸਦੀ ਨਾਮਜ਼ਦਗੀ ਕੈਂਪੇਨ ਦੌਰਾਨ ਵਿਦੇਸ਼ੀ ਸਰਕਾਰ ਨੇ ਉਸਦੀ ਮਦਦ ਕੀਤੀ। ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈਨ ਡੋਂਗ ਨੇ ਆਖਿਆ ਕਿ ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਕੋਈ ਪੇਸ਼ਕਸ਼ ਵਿਦੇਸ਼ੀ ਸਰਕਾਰ ਵੱਲੋਂ ਕੀਤੀ ਗਈ ਤੇ ਨਾ ਹੀ ਉਹਨਾਂ ਨੇ ਕਦੇ ਇਸੇ ਤਰ੍ਹਾਂ ਦੀ ਮਦਦ ਸਵੀਕਾਰੀ। ਉਹਨਾਂ ਨੇ ਸਪਸ਼ਟ ਕੀਤਾ ਕਿ ਉਹ ਕੈਨੇਡੀਅਨ ਹਨ ਤੇ ਲਿਬਰਲਾਂ ਦੇ ਵੱਲੋਂ ਉਹਨਾਂ ਨੂੰ ਡੌਨ ਵੈਲੀ ਨਾਰਥ ਦੇ ਲਈ ਨਾਮਜ਼ਦ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹ ਸਿਰਫ ਆਪਣੇ ਕੰਮ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਨੇ। ਪਿਛਲੇ ਮਹੀਨੇ ਗਲੋਬਲ ਨਿਊਜ਼ ਵਿੱਚ ਛਪੀ ਰਿਪੋਰਟ ਵਿੱਚ ਆਖਿਆ ਗਿਆ ਸੀਗਾ ਕਿ CSI ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 2019 ਦੀਆਂ ਚੋਣਾਂ ਤੋਂ ਪਹਿਲਾਂ ਇਹ ਚੇਤਾਵਨੀ ਦਿੱਤੀ ਗਈ ਸੀਗੀ ਕਿ ਇੱਕ ਲਿਬਰਲ ਉਮੀਦਵਾਰ ਚਾਈਨਾ ਦੇ ਵਿਦੇਸ਼ੀ ਦਖਲ ਵਾਲੇ ਨੈਟਵਰਕ ਦਾ ਹਿੱਸਾ ਹੈ, ਪਰ ਮੀਡੀਆ ਵੱਲੋਂ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਗਈ। ਓਨਟਾਰੀਓ ਦੇ ਸਾਬਕਾ MPP ਤੇ ਮੌਜੂਦਾ MP ਡੌਨ ਵੈਲੀ ਨਾਰਥ ਹਲਕੇ ਤੋਂ 2019 ਤੇ 2021 ਦੇ ਦੌਰਾਨ ਚੁਣੇ ਗਏ। ਪ੍ਰਾਪਤ ਰਿਪੋਰਟਾਂ ਦੇ ਅਨੁਸਾਰ ਡੌਂਗ ਨੂੰ ਕਿਸੇ ਵੀ ਹੋਰ ਚੀਨੀ ਕੈਨੇਡੀਅਨ ਲਿਬਰਲ
ਉੱਤੇ ਚਾਈਨਾ ਵੱਲੋਂ ਤਰਜੀਹ ਦਿੱਤੀ ਗਈ ਸੀਗੀ ਤੇ ਉਹ ਚਾਈਨਾ ਦੇ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੇ ਨੈਟਵਰਕ ਦਾ ਹਿੱਸਾ ਸਨ। ਟਰੂਡੋ ਵੱਲੋਂ ਡੋਂਗ ਦਾ ਪੱਖ ਪੂਰਦਿਆਂ ਇਸ ਦਾਅਵੇ ਤੋਂ ਇਨਕਾਰ ਕੀਤਾ ਗਿਆ ਸੀਗਾ ਕਿ CSIS ਨੇ ਉਹਨਾਂ ਨੂੰ ਇਸ ਉਮੀਦਵਾਰ ਨੂੰ ਨਾ ਚੁਣਨ ਲਈ ਚੇਤਾਵਨੀ ਦਿੱਤੀ। ਟਰੂਡੋ ਨੇ ਪਿਛਲੇ ਮਹੀਨੇ ਮਿਸੀਸਾਗਾ ਵਿੱਚ ਕੀਤੀ ਇੱਕ ਨਿਊਜ਼ ਕਾਨਫਰੰਸ ਵਿੱਚ ਵੀ ਇਹ ਆਖਿਆ ਸੀਗਾ ਕਿ ਡੋਂਗ ਸਾਡੀ ਟੀਮ ਦਾ ਕਮਾਲ ਦਾ ਮੈਂਬਰ ਹੈ ਤੇ ਇਸ ਗੱਲ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਉਹ ਕੈਨੇਡਾ ਦੇ ਲਈ ਵਫਾਦਾਰ ਨਹੀਂ ਹਨ। ਇਸ ਦੌਰਾਨ ਮੰਗਲਵਾਰ ਨੂੰ ਪਹਿਲੀ ਵਾਰੀ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਉੱਤੇ ਅਸਪਸ਼ਟ ਦੋਸ਼ ਗੁਮਨਾਮ ਸਰੋਤਾਂ ਵੱਲੋਂ ਲਾਏ ਜਾ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਨਾਮਜ਼ਦਗੀ ਵਿੱਚ ਚਾਈਨਾ ਸਰਕਾਰ ਦਾ ਕੋਈ ਹੱਥ ਹੀ ਨਹੀਂ ਹੈ। ਗੁਇਲਫ ontario ਪੁਲਿਸ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਚਾਰਜ ਕੀਤਾ ਗਿਆ ਜਿਸ ਦਾ ਡਰਾਈਵਿੰਗ ਟੈਸਟ ਅਸਫਲ ਰਿਹਾ। ਇਸ ਤੋਂ ਬਾਅਦ ਤੈਸ਼ ਵਿੱਚ ਆ ਕੇ ਉਸਨੇ ਆਪਣੀ ਗੱਡੀ ਰਾਹੀਂ ਲਗਭਗ 4 ਵਿਅਕਤੀਆਂ ਨੂੰ ਟੱਕਰ ਹੀ ਮਾਰ ਦਿੱਤੀ ਪਰ ਬਚਾਅ ਹੋ ਗਿਆ। ਫਿਰ ਉਸਨੇ ਪਾਰਕਿੰਗ ਲਾਟ ਵਿੱਚ ਵੀ ਕਾਫੀ ਦੇਰ ਹੰਗਾਮਾ ਕੀਤਾ। ਇੱਕ ਨਿਊਜ਼ ਰਿਲੀਜ਼ ਦੇ ਅਨੁਸਾਰ ਡਰਾਈਵਿੰਗ ਟੈਸਟ ਵਿੱਚ ਫੇਲ ਹੋਏ ਵਿਅਕਤੀ ਵੱਲੋਂ ਗੁੱਸੇ 'ਚ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ ਕਾਰਨ ਪੁਲਿਸ ਅਧਿਕਾਰੀਆਂ ਨੂੰ ਵੁੱਡਲਾਅ ਰੋਡ ਵੈਸਟ ਪਲਾਜ਼ਾ ਉੱਤੇ ਸੋਮਵਾਰ ਦੁਪਹਿਰ 4 ਵਜੇ ਸੱਦਿਆ ਗਿਆ। ਇਹ ਡਰਾਈਵਰ ਕਥਿਤ ਤੌਰ ਉੱਤੇ ਡਰਾਈਵ ਟੈਸਟ ਸਟਾਫ ਨੂੰ ਟੁੱਟ ਕੇ ਪੈ ਰਿਹਾ ਸੀ। ਫਿਰ ਉਹ ਗੱਡੀ ਵਿੱਚ ਜਾ ਚੜਿਆ ਤੇ ਉਸਨੇ ਪਾਰਕਿੰਗ ਲਾਟ ਵਿੱਚ ਗੱਡੀ ਤੇਜ਼ੀ ਨਾਲ ਦੌੜਾਈ ਤੇ ਪਲਾਜ਼ਾ ਦੇ ਪਾਰਕਿੰਗ ਲਾਟ ਵਿੱਚ ਕਾਫੀ ਤਮਾਸ਼ਾ ਕੀਤਾ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਪਾਰਕ ਕੀਤੀ ਗਈ ਡਰਾਈਵਰ ਵਾਲੀ ਸੀਟ ਉੱਤੇ ਬੈਠ ਮਿਲਿਆ ਔਰ ਬਰੈਂਪਟਨ ਦੇ 36 ਸਾਲਾ ਇਸ ਵਿਅਕਤੀ ਨੂੰ ਖਤਰਨਾਕ ਡਰਾਈਵਿੰਗ ਤੇ ਸਟੰਟ ਡਰਾਈਵਿੰਗ ਦੇ ਲਈ ਚਾਰਜ ਕੀਤਾ ਗਿਆ ਹੈ। 1 ਮਹੀਨੇ ਲਈ ਉਸਨੇ ਡਰਾਈਵਿੰਗ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਸ ਦੀ ਗੱਡੀ ਨੂੰ 2 ਹਫ਼ਤਿਆਂ ਦੇ ਲਈ ਜ਼ਬਤ ਕਰ ਲਿਆ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।